ਕਿਹੜਾ ਨਸ਼ਾ ਕਰਦੇ ਸੀ? ਇੰਜੈਕਸ਼ਨ ਲੈਣਾ ਹੈ ਵਾਈਟ ਦਾ, ਕਿਹਦਾ? ਵਾਈਟ ਦਾ ਹੀ, ਇਹ ਚਿੱਟੇ ਦਾ ਹੀ। ਹਾਂਜੀ, ਚਿੱਟਾ ਆਸਾਨੀ ਨਾਲ ਚਿੱਟਾ ਮਿਲ ਜਾਂਦਾ ਸੀ ਆਸਾਨੀ ਨਾਲ? ਮਿਲ ਜਾਂਦਾ ਹੈ ਭਾਈ। ਕਿੰਨੇ ਦਾ ਚਿੱਟਾ ਰੋਜ਼ ਪੀ ਜਾਂਦੇ ਹੋ? 1200 ਰੁਪਏ ਦਾ। ਕੀ ਨਸ਼ਾ ਕਰਦੇ ਹੋ? ਥੋੜੀ ਚਿੱਟਾ ਵੀ ਕਿੰਨੇ ਦਾ ਚਿੱਟਾ ਰੋਜ਼ ਪੀ ਜਾਂਦੇ ਸੀ? ਪੀਂਦੇ ਰਹੇ ਸਰ, ਆਪਣੇ ਲੋਕਡਾਊਨ ਤੋਂ ਪਹਿਲਾਂ ਅਸੀਂ ਪੀ ਜਾਂਦੇ ਰਹੇ 1000 ਦਾ, 1200 ਰੁਪਏ, 1500 ਅੱਧਾ ਗ੍ਰਾਮ ਲੈ ਕੇ ਪੀਂਦੇ ਰਹੇ। ਜਦੋਂ ਦੀ ਇਹ ਦਵਾਈ ਸ਼ੁਰੂ ਹੋਈ ਹੈ ਸਰਕਾਰ ਵੱਲੋਂ ਵਧੀਆ। ਡਾਕਟਰ ਸਾਹਿਬ ਇਹ ਵੀ ਪਤਾ ਚੱਲਿਆ ਜਿਵੇਂ 30,000 ਤੁਹਾਡੇ ਕੋਲ ਪੇਸ਼ੈਂਟ ਨੇ, ਇਹਨਾਂ 'ਚੋਂ ਲੇਡੀਜ਼ ਵੀ ਆ, ਲੜਕੀਆਂ ਵੀ ਹੁਣ ਸਰ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਜੀ। ਹਾਂਜੀ, ਇਹਨਾਂ 'ਚ ਨਸ਼ੇ ਦੇ ਸ਼ਿਕਾਰ ਕੁੜੀਆਂ ਵੀ ਹੈਗੀਆਂ ਨੇ, ਕੁਝ ਅਨਮੈਰਿਡ ਕੁੜੀਆਂ ਨੇ, ਕੁਝ ਮੈਰਿਡ ਹੈਗੇ ਆ, ਕੁਝ ਜਿਹੜੇ ਕ੍ਰਿਮੀਨਲ ਟਾਈਪ ਦੀਆਂ ਹੈਗੀਆਂ ਲੇਡੀਜ਼, ਉਹ ਵੀ ਨਸ਼ੇ ਦਾ ਸ਼ਿਕਾਰ ਹੈਗੀਆਂ ਨੇ। पंजाब में महिलाएं भी नशे की चपेट में आ रही हैं। रोजाना हजारों लोग एक गोली के लिए कतार में लगते हैं। ये वह गोली है जो उन्हें नशे की टोट नहीं होने देती और ये लाइनें लगती हैं पंजाब सरकार की ओर से खोले गए ओट्स सेंटरों में, जहां पर उन्हें ये दवा अपने सामने खिलाई जाती है। बुप्रीनॉर्फिन और नलोक्सन की इस गोली को लेने के लिए युवा घंटों लाइन में खड़े रहते हैं। इसी को लेकर आज हमने युवाओं और डॉक्टरों से बात की है। आज हम पहुंचे हैं विद्यासागर मनोरोग अस्पताल में जो ओट्स क्लिनिक चल रहा है वहाँ पर हर रोज़ जो नशे के आदी हो चुके थे, सरकार की ओर से ये ओट्स सेंटर चलाया जा रहा है ताकि नशे की लत से उन्हें बाहर निकालने के लिए यहाँ पर हर रोज़ दवाई दी जाती है ताकि वो नशे की दलदल में दोबारा ना जाएं। हमारे साथ हैं यहाँ ओट्स क्लिनिक की इंचार्ज डॉक्टर, हम उनसे बात करेंगे। डॉक्टर साहब नमस्कार, आपका हमारे D4U न्यूज़ चैनल में स्वागत है। डॉक्टर साहब आपका नाम? नमस्कार जी, मैं डॉक्टर चरणजीत कौर, मेडिकल ऑफिसर ओट क्लिनिक अमृतसर। अच्छा डॉक्टर साहब थोड़ा बताएंगे जी कितने लोग जो हैं हर रोज़ ओट्स की दवा लेने आते हैं? साढ़े को एवरेज मतलब 550 मरीज रोज़ ओट की दवाई लैन आंदा है। ਤੇ ਡਾਕਟਰ ਸਾਹਿਬ ਟੋਟਲ ਕਿੰਨਾ ਪੇਸ਼ੈਂਟ ਹੈ ਤੁਹਾਡੇ ਕੋਲ ਜਿਹੜਾ, ਤੇ ਫਿਰ ਕਿਹੜੇ ਕਿਹੜੇ ਤੁਸੀਂ ਏਰੀਆ ਨੂੰ ਕੈਟਰ ਕਰਦੇ ਹੋ? ਅਸੀਂ ਸਿਰਫ ਅੰਮ੍ਰਿਤਸਰ ਸਿਟੀ ਨੂੰ ਮਤਲਬ ਹੈਂਡਲ ਕਰਦੇ ਆ। ਅੰਮ੍ਰਿਤਸਰ ਦੇ ਲੋਕਲ ਮਰੀਜ਼ ਸਾਡੇ ਕੋਲ ਦਵਾਈ ਲੈਂਦੇ ਨੇ ਔਰ 3550 ਤੋਂ ਉੱਪਰ ਮਰੀਜ਼ ਸਾਡੇ ਰਜਿਸਟਰਡ ਹੋ ਚੁੱਕੇ ਨੇ ਓਟ ਕਲੀਨਿਕ 'ਚ। ਡਾਕਟਰ ਸਾਹਿਬ ਇਹਦੇ 'ਚ ਕੁਝ ਲੜਕੀਆਂ ਵੀ ਜਾਂ ਲੇਡੀਜ਼ ਵੀ ਸ਼ਾਮਿਲ ਨੇ ਜੀ? ਹਾਂਜੀ, 12 ਤੋਂ 15 ਲੜਕੀਆਂ ਵੀ ਸਾਡੇ ਕੋਲ ਜਿਹੜੀ ਦਵਾਈ ਲੈਣ ਆਉਂਦੀਆਂ ਨੇ ਇੱਥੇ ਰੈਗੂਲਰ। ਹਾਂਜੀ। ਅੱਛਾ ਡਾਕਟਰ ਸਾਹਿਬ ਪਹਿਲੇ ਤਾਂ ਤੁਸੀਂ ਆਪਣੇ ਸਾਹਮਣੇ ਖਿਲਾਉਂਦੇ ਸੀ ਮੈਡੀਸਨ, ਹੁਣ ਜਿਹੜਾ ਕਰੋਨਾ ਚੱਲ ਰਿਹਾ ਹੈ ਹੁਣ ਕਿਆ ਥੋੜਾ ਗਾਈਡਲਾਈਨਸ ਚੇਂਜ ਹੋਈਆਂ ਤੇ ਕੀ ਚੇਂਜ ਹੋਈਆਂ ਥੋੜਾ ਦੱਸ ਦਿਓ। ਹੁਣ ਇਹ ਕਿ ਕਰੋਨਾ ਕਰਕੇ ਇਹਨਾਂ ਨੂੰ ਅਸੀਂ ਹੋਮ ਡੋਜ਼ ਥੋੜਾ ਜ਼ਿਆਦਾ ਦਿਨ ਲਈ ਦੇ ਰਹੇ ਹਾਂ ਤਾਂ ਕਿ ਇੱਥੇ ਜ਼ਿਆਦਾ ਅਸੀਂ ਭੀੜ ਨਾ ਇਕੱਠੀ ਕਰੀਏ। ਪਰ ਫਿਰ ਵੀ ਅਸੀਂ ਜਿਹੜੇ ਨਵੇਂ ਮਰੀਜ਼ ਰਜਿਸਟਰਡ ਕਰਦੇ ਹਾਂ ਜਦ ਤੱਕ ਉਹ ਮੇਨਟੇਨੈਂਸ ਡੋਜ਼ 'ਤੇ ਨਹੀਂ ਆਉਂਦੇ 15 ਤੋਂ 20 ਦਿਨ ਅਸੀਂ ਆਪਣੇ ਸਾਹਮਣੇ ਦਵਾਈ ਖਵਾਉਂਦੇ ਹਾਂ। ਜਦੋਂ ਉਹ ਮੇਨਟੇਨੈਂਸ ਡੋਜ਼ ਉਹਨਾਂ ਦੀ ਸੈੱਟ ਹੋ ਜੇ ਫਿਰ ਉਹਨਾਂ ਨੂੰ ਹੋਮ ਡੋਜ਼ 'ਤੇ ਪਾਈਦਾ। ਅੱਛਾ ਡਾਕਟਰ ਸਾਹਿਬ ਸਰਕਾਰ ਕਹਿੰਦੀ ਜੀ ਨਸ਼ਾ ਨਹੀਂ ਵਿਕ ਰਿਹਾ ਕਾਫੀ, ਤੇ ਹੁਣ ਤੁਸੀਂ ਥੋੜਾ ਦੱਸੋਗੇ ਵੀ ਕੋਈ ਨਸ਼ੇ ਦੇ ਜਿਹੜੇ ਮੈਡੀਸਨ ਲੈਣ ਆਉਣ ਵਾਲੇ ਉਹ ਲੋਕ ਵੱਧ ਰਹੇ ਵੀ ਵੱਧ ਰਹੇ ਤੇ ਕਿੰਨੇ ਵੱਧ ਰਹੇ? ਨਹੀਂ, ਇਸ ਟਾਈਮ ਤੇ ਨਹੀਂ ਵੱਧ ਨਹੀਂ ਰਹੇ ਕਿਉਂਕਿ ਪੇਸ਼ੈਂਟ ਬਹੁਤ ਸਟ੍ਰਿਕਟ ਹੈਗੇ ਮੈਡੀਸਨ ਲਈ। ਉਹ ਆਪਣੀ ਮੈਡੀਸਨ ਹੀ ਜ਼ਿਆਦਾ ਪੇਸ਼ੈਂਟ ਪ੍ਰੈਫਰ ਕਰ ਰਹੇ ਕਿ ਅਸੀਂ ਆਪਣੀ ਦਵਾਈ ਹੀ ਖਾਈਏ। ਅਸੀਂ ਜੇ ਕਹੀਏ ਕਿ ਕਰੋਨਾ ਕਾਲ 'ਚ ਨਸ਼ੇ ਦੀ ਸਪਲਾਈ ਤੇ ਲਗਾਮ ਲੱਗੀ ਤੇ ਠੀਕ ਹੋਏਗਾ? ਹਾਂਜੀ, ਜ਼ਰੂਰ ਲੱਗੀ ਹੋਈ ਹੈ ਜੀ। ਕਰੋਨਾ ਕਰਕੇ ਨਸ਼ੇ ਦੀ ਸਪਲਾਈ 'ਤੇ ਲਗਾਮ ਲੱਗੀ ਹੋਈ ਹੈ ਔਰ ਪੇਸ਼ੈਂਟ ਦਵਾਈ ਨਾਲ ਸਟ੍ਰਿਕਟ ਹੋਏ ਨੇ ਆਪਣੀ। ਅੱਛਾ ਡਾਕਟਰ ਸਾਹਿਬ ਕੁਝ ਪੇਸ਼ੈਂਟ ਗਾਇਬ ਵੀ ਹੋਏ ਨੇ ਜਿਹੜੇ ਦਵਾਈ ਛੱਡ ਜਾਂਦੇ ਨੇ, ਤੇ ਉਹਨਾਂ ਨੂੰ ਵਾਪਸ ਲਿਆਉਣ ਲਈ ਕੀ ਉਪਰਾਲੇ ਕੀਤੇ ਜਾ ਰਹੇ? ਉਹ ਦੇਖੋ ਅਸੀਂ ਨਾ ਫੋਨ ਦੇ ਉੱਤੇ ਫੋਲੋ ਅਪ ਕਰਦੇ ਨੇ ਸਾਡੇ ਕਾਉਂਸਲਰਸ, ਜਿਹੜੇ ਪੇਸ਼ੈਂਟ ਦਵਾਈ ਛੱਡ ਗਏ ਨੇ ਜਾਂ ਨਹੀਂ ਪਹੁੰਚ ਰਹੇ ਇੱਥੇ ਉਹਨਾਂ ਦੀ ਫੋਨ 'ਤੇ ਹੀ ਅਸੀਂ ਮਤਲਬ ਕਾਲ ਕਰਕੇ ਉਹਨਾਂ ਨੂੰ ਗਾਈਡ ਕਰਦੇ ਹਾਂ। ਅੱਛਾ ਡਾਕਟਰ ਸਾਹਿਬ ਇੱਥੇ ਕੋਈ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਪੇਸ਼ੈਂਟਸ ਦੀ? ਹਾਂਜੀ, ਪੇਸ਼ੈਂਟ ਦੀ ਪ੍ਰੋਪਰ ਕਾਉਂਸਲਿੰਗ ਕੀਤੀ ਜਾਂਦੀ ਹੈ। ਸਾਡੇ ਕੋਲ ਕਾਉਂਸਲਰ ਹੈ ਓਟ ਕਲੀਨਿਕ ਦੇ ਵਿੱਚ। ਹਾਂਜੀ। ਡਾਕਟਰ ਸਾਹਿਬ ਕਦੀ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਨੇ ਤੇ ਇਸ ਦਲਦਲ 'ਚ ਕਿਉਂ ਆਏ? ਦੇਖੋ ਜਿਹੜੇ ਯੰਗ ਪੇਸ਼ੈਂਟਸ ਹੈ ਉਹ ਤਾਂ ਪਲੇਅਰ ਵਾਸਤੇ ਜਾਂ ਕੁਝ ਸਟ੍ਰੈਸ ਕਰਕੇ ਲਾਈਫ ਦੇ ਮਤਲਬ ਇਹ ਰਸਤਾ ਅਪਣਾ ਲੈਂਦੇ ਨੇ। ਲਾਈਫ 'ਤੇ ਕੁਝ ਸਟ੍ਰੈਸ ਹੈ, ਉਹਨਾਂ ਨੂੰ ਹੈਂਡਲ ਨਹੀਂ ਕਰ ਪਾਉਂਦੇ, ਉਹ ਫਿਰ ਇਹ ਗਲਤ ਰਾਹ ਜਿਹੜਾ ਹੈ ਚੂਜ਼ ਕਰਦੇ ਨੇ। ਜਾਂ ਜਿਸ ਤਰ੍ਹਾਂ ਟੀਨੇਜਰਸ ਨੇ 19-20 ਸਾਲ ਦੇ ਬੱਚੇ ਨੇ, ਉਹ ਤਾਂ ਜਸਟ ਉਹਨਾਂ ਨੂੰ ਨੌਲੇਜ ਹੀ ਨਹੀਂ ਹੁੰਦੀ ਫॉर ਪਲੇਅਰ ਵਾਸਤੇ ਇਸ ਰਸਤੇ 'ਚ ਚੱਲਦੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਕਿ ਬਹੁਤ ਜ਼ਿਆਦਾ ਮਤਲਬ ਮੁਸੀਬਤ 'ਚ ਅਸੀਂ ਫਸ ਗਏ ਹੋਏ ਹਾਂ ਲਾਈਫ 'ਤੇ। ਡਾਕਟਰ ਸਾਹਿਬ ਕਿਹੜਾ ਏਜ ਗਰੁੱਪ ਹੈ ਜੀ ਜਿਹੜਾ ਨਸ਼ਾ ਲੈ ਰਿਹਾ ਬਹੁਤ ਜ਼ਿਆਦਾ 20 ਤੋਂ 40 ਦੇ ਵਿੱਚ? ਅੱਛਾ ਡਾਕਟਰ ਸਾਹਿਬ ਪਿੱਛੇ ਜੇ ਇਹ ਵੀ ਧਿਆਨ 'ਚ ਆਇਆ ਸੀਗਾ ਵੀ ਜਦੋਂ ਇਸ ਕਰਕੇ ਸ਼ੁਰੂ ਕੀਤੀ ਗਈ ਸੀ ਬੁਪਰੀਨੋਰਫਿਨ ਦੀ ਦਵਾਈ ਕੋਲ ਖਿਲਵਾਉਣੀ ਕਿ ਇਹ ਦਵਾ ਵੇਚ ਦਿੰਦੇ ਨੇ,
ਨਹੀਂ, ਪਰ ਆਪਾਂ ਹੁਣ ਕੰਟਰੋਲ 'ਚ ਦਿੰਦੇ ਆ ਨਾ। ਜਿਸ ਤਰ੍ਹਾਂ ਪੇਸ਼ੈਂਟ ਹੈ ਉਹਦਾ ਬਿਹੇਵੀਅਰ ਤੋਂ ਪਤਾ ਲੱਗ ਜਾਂਦਾ ਹੈ ਪੇਸ਼ੈਂਟ ਮੈਡੀਸਨ 'ਤੇ ਹੈ ਜਾਂ ਇਹ ਐਡਿਕਸ਼ਨ ਲੈ ਰਿਹਾ। ਕਾਉਂਸਲਿੰਗ 'ਚ ਸਾਨੂੰ ਪਤਾ ਲੱਗ ਜਾਂਦਾ ਆ। ਕੰਟਰੋਲ 'ਚ ਦਿੰਦੇ ਆ ਅਸੀਂ, ਬਹੁਤ ਜ਼ਿਆਦਾ ਉਹਨਾਂ ਨੂੰ ਖੁੱਲੀ ਦਵਾਈ ਨਹੀਂ ਦਿੰਦੇ ਵੀ ਇਹ ਵੇਚ ਸਕਣ, ਔਰ ਦਵਾਈ ਨੂੰ ਅਸੀਂ ਡਿਕਰੀਜ਼ ਕਰਦੇ ਹਾਂ। ਡਾਕਟਰ ਸਾਹਿਬ ਕਿਹੜੀ ਮੈਡੀਸਿਨ ਦੇ ਰਹੇ ਹੋ ਤੁਸੀਂ ਨਸ਼ਾ ਛੁਡਾਉਣ ਦੀ, ਤੇ ਜਿਹੜੇ ਲੋਕ ਆਉਂਦੇ ਉਹ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਹੈ? ਇੱਥੇ ਜ਼ਿਆਦਾ ਜਿਹੜੇ ਓਪੋਇਡ ਡਿਪੈਂਡੈਂਟ ਹੈ ਉਹਨਾਂ ਦਾ ਹੀ ਟ੍ਰੀਟਮੈਂਟ ਕੀਤਾ ਜਾਂਦਾ ਹੈ, ਤੇ ਉਹਨਾਂ ਲਈ ਇੱਕੋ ਹੀ ਸਬਸਟੀਚਿਊਟ ਹੈ ਬਿਪਰੀਨੋਰਫਿਨ। ਡਾਕਟਰ ਸਾਹਿਬ ਕੋਈ ਐਸੇ ਕੇਸ ਵੀ ਆਉਂਦੇ ਜਿਹੜੇ ਹੀਰੋਇਨ ਲੈਂਦੇ ਹੋਣ ਜਾਂ ਚਿੱਟਾ ਜਿਹਨੂੰ ਕਹਿੰਦੇ ਆ? ਹਾਂ, ਸਾਰੇ ਹੀਰੋਇਨ, ਚਿੱਟਾ, ਟ੍ਰੈਮਾਡੋਲ, ਪਾਰਵਨਸਪਾਜ਼, ਫੀਮ, ਭੁੱਕੀ, ਇਹ ਸਾਰਿਆਂ ਨੂੰ ਅਸੀਂ ਬਿਪਰੀਨੋਰਫਿਨ ਤੇ ਹੀ ਪਾਉਂਦੇ ਹਾਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਵਾਸਤੇ। ਸਾਡੇ ਨਾਲ ਨੇ ਓਟ ਕਲੀਨਿਕ ਦੇ ਕਾਉਂਸਲਰ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। आपका नाम क्या है? नेहा सैनी। अच्छा डॉक्टर साहब, ये जो पेशेंट्स आते हैं यहाँ पर किस तरह के मरीज़ आते हैं और क्या आप काउंसलिंग भी करते हैं? किस तरह उनकी काउंसलिंग की जा रही है ताकि ये मरीज़ दोबारा है ये नशे की तरफ ना जाए? पेशेंट्स तो देखो हमारे पास एडिक्शन वाले ही आते हैं, जो एडिक्ट हो चुके होते हैं किसी भी टाइप के नशे वाले, ठीक है। तो रही बात काउंसलिंग की, तो काउंसलिंग में पहले तो इंटरव्यू सेशन होता है कि वो कैसे कैसे नशे की ओर गए। थोड़ा मैडम बताएंगे किस तरह ये लोग नशे के आदी हो रहे हैं? तो पहले एज ग्रुप भी मैटर करता है। अगर तो यंग पीयर ग्रुप है तो उनको पीयर प्रेशर की वजह से वो नशे की ओर जाते हैं। कईयों को इतनी अवेयरनेस नहीं होती कि हमारे सामने कुछ अगर ऐसा कर रहे हैं तो वो देख देख के ही कि हाँ भी क्यूरियोसिटी होती है उनको कि अगर हम ऐसा करेंगे तो हम भी तो करके देखें क्या होगा। सो पीयर प्रेशर है, क्यूरियोसिटी है, लैक ऑफ अवेयरनेस है, और फैमिली का भी कुछ आ जाता है। अगर कोई फैमिली इतनी ज़्यादा उनकी फाइनेंशियली स्ट्रांग नहीं है तो फाइनेंशियली पैसे की कमी है या कुछ ऐसी सी प्रॉब्लम है जिनको वो खुद से डील नहीं कर पाते और स्ट्रेस लेवल उनका हाई हो जाता है, तो स्ट्रेस को कवर करने के लिए या उससे दूर भागने के लिए वो इस चीज़ की ओर चले जाते हैं जो वो क्या कहते हैं, वो नशे से वो थोड़े काम रहें और ये टेंशन से वो दूर रहें, इसलिए वो ये भी एक कारण है। अच्छा मैडम, ये बताएंगे आप कि नशा ये क्या कहते हैं कि इनको आसानी से अवेलेबल हो जाता है? होता ही होगा, मैं तो नहीं कहती, लेकिन जो पेशेंट्स जो हैं अगर हम उनसे पूछते हैं कि कोई ऐसा दिन, अगर आपको किसी दिन फॉर एग्जांपल हम चिट्टे की बात करते हैं, हेरोइन की बात करते हैं, कोई ऐसा दिन आपको नहीं अगर ना मिले तो आप क्या करते हो? वो कहते हैं मैम ऐसा कोई दिन नहीं होता जिस दिन हमें ना मिले, इट इज़ ईजीली अवेलेबल, ये उनका कहना है। अच्छा नेहा जी, ये जो लड़कियां आ रही हैं नशा, क्या आपने उनसे भी बात की? क्या कारण है कि लड़कियां भी अब नशे की दलदल में धंस रही हैं? ऐसे ही उनका कारण भी मेन यही है, पीयर प्रेशर ज़्यादा है कि हम हॉस्टल्स में रह रहे हैं या घर से बाहर हैं, फैमिली साथ में नहीं है, कुछ ऐसी प्रॉब्लम्स हैं उनकी। नेहा जी, कहीं ऐसा तो नहीं है कि ओवर एम्बिशियस हो चुका है हमारा युवा इसलिए नशे की तरफ जा रहा है? नहीं, ऐसा कुछ नहीं है। ओवर एम्बिशियस की हम बात नहीं कर सकते, हाँ पीयर प्रेशर की हम, क्योंकि अपने फ्रेंड सर्कल आपका कैसा है, आप कैसी सोसाइटी में रह रहे हो, वो चीज़ ज़्यादा मेजर रोल प्ले करती है। आप थोड़ा पीयर प्रेशर को एलैबोरेट करेंगी भी, व्हाट इज़ द पीयर प्रेशर? पीयर प्रेशर इज़, वही मैं कह रही हूँ कि आप कैसी सोसाइटी में रह रहे हो, किस तरह के आपके फ्रेंड्स हैं, किस तरह के आपके फ्रेंड्स, आप उनका एज ग्रुप क्या है। सो वो हो गया पीयर प्रेशर एक किस्म का, कि आपके जो फ्रेंड्स हैं वो आपको किस तरह की गाइडेंस दे रहे हैं कि देखो मैं इस तरह का काम कर रहा हूँ और तुम भी करके देखो, कुछ ये चीज़। तो आपको यहाँ पर कुछ प्रॉब्लम्स भी आती होंगी, तो किस तरह की दिक्कत का सामना आपको करना पड़ता है? मुझे तो कोई दिक्कत नहीं आती ऐसे, नहीं। आप नेहा जी किस तरह की दिक्कत की बात कर रहे हैं? जिस तरह कई बार पेशेंट भी जो है अग्रेसिव हो जाते हैं, उसको लेकर बात कर रहा हूँ। हाँ, तो देखो अगर वो अग्रेसिव हो रहे हैं वो तो उस टाइम पे या तो विड्रॉल्स में होंगे, क्रेविंग में होंगे, क्योंकि दे आर साइकेट्रिक के वो पेशेंट हैं। तो अगर वो अग्रेसिव हो रहे हैं तो हमारा उस टाइम पे काम रहना बहुत ज़रूरी है, क्योंकि हम तो अग्रेसिव नहीं हो सकते ना। हम तो समझते हैं उनको कि वो क्रेविंग की वजह से या वो साइकेट्री के पेशेंट है, इस वजह से वो ऐसा बिहेव कर रहे हैं, तो हम उनको डील करना हमें आता है कि हम उस टाइम पे अपना टेम्पर लूज़ नहीं कर सकते या हम उनसे अग्रेसिवली बिहेव नहीं कर सकते। धन्यवाद आपका हमारे साथ बात करने के लिए। हमारे साथ हैं यहाँ पर जो दवाई लेने के लिए आए हैं कुछ युवक, उनसे बात करेंगे आखिर उन्हें ये नशे की लत कैसे लगी और क्यों लगी। ਤੁਸੀਂ ਕਿੱਥੋਂ ਆਏ ਹੋ? मैं सर दलीप एवेन्यू फोकल पॉइंट तो ਕਦੋਂ ਤੋਂ ਨਸ਼ਾ ਲੈ ਰਹੇ ਹੋ? मैनू हो गया सर काफ़ी देर। ਰੋਜ਼ ਕਿੰਨੇ ਦਾ ਨਸ਼ਾ ਲੈ ਲੈਂਦੇ ਸੀਗੇ? सर आई जाता है डेली 300-400 रुपये का। ਕਿਸ ਤਰ੍ਹਾਂ ਦਾ ਨਸ਼ਾ ਲੈਂਦੇ ਹੋ ਤੁਸੀਂ? सर मैं तो टैबलेट खाना है। ਟੈਬਲੇਟ ਈਜ਼ੀਲੀ ਮਿਲ ਜਾਂਦੀ ਹੈ? हाँ जी, नहीं हुण नहीं मिलती, पहले मिल जाती। ਹੁਣ ਨਹੀਂ ਮਿਲਦੀ। ਨਸ਼ੇ ਦੇ ਵੱਲ ਕਿਉਂ ਗਏ ਤੁਸੀਂ?
ਸਾਰੀ ਇਦਾਂ ਯਾਰੀ ਦੋਸਤੀ 'ਚ ਬੈਠ ਕੇ ਪਹਿਲਾਂ ਤਾਂ ਸਵਾਦ ਹੀ ਤੇ ਹੁਣ ਆਦਤ ਬਣ ਗਈ। ਤੁਹਾਨੂੰ ਨਹੀਂ ਲੱਗਦਾ ਤੁਸੀਂ 10-15 ਹਜ਼ਾਰ ਰੁਪਇਆ ਨਸ਼ੇ ਤੇ ਖਰਚ ਕਰਦੇ ਰਹੇ ਹੋ, ਵਿਆਹੇ ਹੋ ਬਿਲਕੁਲ ਸਰ, ਮੈਰਿਡ ਹੈ। ਤੇ ਫਿਰ ਇਹਨੇ ਤੁਹਾਡੀ ਲਾਈਫ ਨੂੰ ਵੀ ਇਫੈਕਟ ਕੀਤਾ ਹੋਣਾ ਹੈ। ਬਿਲਕੁਲ ਸਰ ਕੀਤਾ, ਲਾਈਫ ਤਾਂ ਉੱਜੜ ਗਈ ਹੁਣ ਤੇ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਵੀ ਯਾਰ ਨਸ਼ੇ ਤੋਂ ਬਚਣਾ ਕਿਸ ਤਰ੍ਹਾਂ? ਮੈਸੇਜ ਇਹੀ ਆ ਸਰ ਕਿ ਆਪਣੀ ਲਾਈਫ ਨੂੰ ਸਿਕਿਉਰ ਕਰੋ, ਪਰ ਨਸ਼ਾ ਨਾ ਕਰੋ, ਜ਼ਿੰਦਗੀ ਵਿੱਚ ਨਸ਼ਾ ਨਾ ਕਰੋ। ਸਾਡੇ ਨਾਲ ਹੋਰ ਵੀ ਨੇ, ਕਿੱਥੋਂ ਆਏ ਹੋ? ਗਿਲਵਾਲੀ ਗੇਟ ਤੋਂ ਅੰਮ੍ਰਿਤਸਰ ਸ਼ਹੀਦਾਂ ਸਾਹਿਬ ਲਾਗੋਂ। ਕਦੋਂ ਤੋਂ ਨਸ਼ਾ ਕਰਨ ਆਏ ਹੋ? ਹਾਂਜੀ, ਮੈਂ 2010 ਦੇ ਵਿੱਚ ਲੱਗਾ ਸੀ। ਕੀ ਕਰਦੇ ਹੋ, ਕਿਹੜਾ ਨਸ਼ਾ ਲੈਂਦੇ ਹੋ? ਮੈਂ ਚਿੱਟੇ ਦਾ ਕਰਦਾ ਰਿਹਾ ਸਰ ਜੀ। ਕਿੰਨੇ ਦਾ ਰੋਜ਼ ਨਸ਼ਾ ਕਰ ਲੈਂਦੇ ਹੋ? ਸਰ ਜੀ ਹੁਣ ਤਾਂ ਮਹਾਰਾਜ ਦੀ ਕਿਰਪਾ ਹੈ, ਜਿਹਨੂੰ ਦੀ ਦਵਾਈ ਆ 4 ਸਾਲ ਹੋ ਗਏ, 3-4 ਸਾਲ ਦਵਾਈ ਖਾ ਰਹੇ ਰੈਗੂਲਰ, ਆਪਾਂ ਜੀਭ ਤੇ ਰੱਖਣਾ ਹੈ। ਮਹਾਰਾਜ ਦੀ ਕਿਰਪਾ, ਘਰ ਵੀ ਸੁਖੀ ਵਸਣ ਦਿਆ ਹੁਣ ਆਪਣਾ। ਕਿੰਨੇ ਦਾ ਚਿੱਟਾ ਰੋਜ਼ ਪੀ ਲੈਂਦੇ? ਪੀ ਲਈ ਦਾ ਸਰ ਜੀ, ਉਹ ਆਪਣਾ 2-2.5 ਰੁਪਏ ਦਾ ਪੀ ਲਈ ਦਾ ਸੀ ਪਹਿਲਾਂ। ਉਹ ਕੰਮ ਹੁੰਦਾ ਸੀ, ਠੇਕੇਦਾਰੀ ਸੀ ਆਪਣੀ, ਕੰਮਕਾਰ ਵੀ ਖੋਏ ਗਏ ਆ, ਹੁਣ ਫਿਰ ਮਜ਼ਦੂਰੀ ਕਰਨੇ ਹੁਣ ਆਪਾਂ। ਅੱਛਾ, ਤੇ ਚਿੱਟਾ ਆਸਾਨੀ ਨਾਲ ਮਿਲ ਜਾਂਦਾ ਸੀ? ਚਿੱਟਾ ਸਰ ਆਸਾਨੀ ਨਾਲ ਮਿਲ ਜਾਂਦਾ ਹੈ। ਕੀ ਨਾਮ ਤੁਹਾਡਾ? ਵਿਕਾਸ ਵਾਲ ਭਾਈ। ਵਿਕਾਸ ਜੀ, ਨਸ਼ਾ ਕਦੋਂ ਤੋਂ ਲੈ ਰਹੇ ਹੋ? ਸਰ ਹੋ ਗਏ ਸਾਨੂੰ ਇਹ ਕੋਈ 6-7 ਸਾਲ ਹੋ ਗਏ ਹੋਣੇ ਕਰਦਿਆਂ। ਕੀ ਨਸ਼ਾ ਕਰਦੇ ਹੋ? ਸੜੀ ਚਿੱਟਾ ਪੀਦਾ। ਕਿੰਨੇ ਦਾ ਚਿੱਟਾ ਰੋਜ਼ ਪੀ ਜਾਂਦੇ ਸੀਗੇ? ਪੀਂਦੇ ਰਹੇ ਸਰ, ਆਪਣੇ ਲੋਕਡਾਊਨ ਤੋਂ ਪਹਿਲਾਂ ਅਸੀਂ ਪੀ ਜਾਂਦੇ ਰਹੇ 1000 ਦਾ, 1200 ਰੁਪਏ, 1500 ਅੱਧਾ ਗ੍ਰਾਮ ਲੈ ਕੇ ਪੀਂਦੇ ਰਹੇ ਹਾਂ। ਜਦੋਂ ਦੀ ਇਹ ਦਵਾਈ ਸ਼ੁਰੂ ਹੋਈ ਹੈ, ਛੁਟਕਾਰਾ ਸਰਕਾਰ ਵੱਲੋਂ ਵਧੀਆ। ਤੇ ਤੁਸੀਂ ਆਸਾਨੀ ਨਾਲ ਮਿਲ ਜਾਂਦਾ ਚਿੱਟਾ? ਸਰ ਮਿਲ ਜਾਂਦਾ ਰਿਹਾ, ਬਾਕੀ ਹੁਣ ਤੇ ਪੈਸਿਆਂ ਦੀ ਪ੍ਰੋਬਲਮ ਹੈ, ਪੈਸੇ ਹੋਣਗੇ ਸਾਰੀ ਚੀਜ਼ ਮਿਲ ਜਾਂਦੀ ਸਰ, ਜਿਹੜੀ ਚੀਜ਼ ਨਹੀਂ ਮਿਲਦੀ। ਇਹਦੇ ਤੁਸੀਂ 1000 ਰੁਪਏ ਦਾ ਰੋਜ਼ 30,000 ਦਾ ਚਿੱਟਾ ਪੀ ਜਾਂਦੇ ਸੀਗੇ, ਤੇ ਤੁਹਾਡਾ ਫੈਮਿਲੀ ਨਹੀਂ, ਪਰਿਵਾਰ ਇਫੈਕਟ ਨਹੀਂ ਹੋਇਆ? ਫੈਮਿਲੀ ਪਰਿਵਾਰ ਹੈ ਸਰ, ਸਾਰੀ ਫੈਮਿਲੀ ਨੌਕਰੀ ਕਰਦੇ ਆ, ਬਾਕੀ ਘਰਦਿਆਂ ਕੋਲ ਲੜ ਝੜ ਕੇ ਲੈ ਲੈਂਦੇ। ਨਸ਼ਾ ਹੀ ਇਹੋ ਜਿਹਾ ਲੱਗਾ ਸੀ ਸਰ, ਤੇ ਜਿਹੜਾ ਲੜ ਕੇ ਲਾਉਣਾ ਪੈਂਦਾ ਸੀ। ਤੇ ਹੁਣ ਤੁਸੀਂ ਕੀ, ਜਿਹੜੇ ਲੋਕ ਨਸ਼ਾ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਾਂਗਾ ਸਰ ਜੀ, ਜਿਹੜੇ ਭਰਾ ਸਾਰੇ ਪੀਂਦੇ ਆ ਛੱਡਦੇ ਨੇ, ਤੇ ਸਾਰਿਆਂ ਨਾਲ ਵਧੀਆ ਦਵਾਈ ਦੇਣ ਦੀ ਸਰਕਾਰ, ਵਧੀਆ ਵਾ ਉਪਰਾਲਾ ਕੀਤਾ ਸਰਕਾਰ ਨੇ, ਹੋਰ ਇਹੀ ਕੀ ਲਾਣਾ। ਧੰਨਵਾਦ ਤੁਹਾਡਾ। ਕੀ ਨਾਮ ਹੈ? ਮਨਪ੍ਰੀਤ। ਕਿੱਥੋਂ ਆਏ ਹੋ? ਇਹ ਦਰਬਾਰ ਸਾਹਿਬ ਲੱਗੋ। ਕਿਹੜਾ ਨਸ਼ਾ ਕਰਦੇ ਸੀ? ਵਾਈਟ ਦਾ ਚਿੱਟਾ ਪੀਂਦੇ ਸੀ? ਇੰਜੈਕਸ਼ਨ ਲੈਂਦਾ। ਇੰਜੈਕਸ਼ਨ ਤੇ ਚਿੱਟਾ? ਇੰਜੈਕਸ਼ਨ ਲੈਣਾ ਹੈ ਵਾਈਟ ਦਾ। ਕਿਹਦਾ? ਵਾਈਟ ਦਾ ਹੀ, ਇਹੀ ਚਿੱਟੇ ਦਾ ਹੀ। ਚਿੱਟੇ ਦਾ? ਹਾਂਜੀ, ਚਿੱਟਾ ਆਸਾਨੀ ਨਾਲ, ਚਿੱਟਾ ਮਿਲ ਜਾਂਦਾ ਸੀ ਆਸਾਨੀ ਨਾਲ? ਮਿਲ ਜਾਂਦਾ ਹੈ ਭਾਈ। ਕਿੰਨੇ ਦਾ ਚਿੱਟਾ ਰੋਜ਼ ਪੀ ਜਾਂਦੇ ਹੋ? 1200 ਰੁਪਏ ਦਾ। ਤੇ ਪੈਸੇ ਕਿੱਥੋਂ ਲਿਆਉਂਦੇ ਸੀ? ਇਹੀ ਕੰਮ ਕਾਰ ਕਰੀਦਾ ਸੀ ਭਾਈ ਉਦੋਂ। ਤੇ ਹੁਣ ਤੁਸੀਂ ਛੱਡਤਾ ਹੈ? ਹਾਂਜੀ, ਕਿੰਨੇ ਚਿਰ ਤੋਂ? ਹੋ ਗਏ 6 ਮਹੀਨੇ। ਤੇ ਜਿਹੜੇ ਹੁਣ ਹੋਰ ਪੀਂਦੇ ਨੇ ਚਿੱਟਾ ਜਾਂ ਟੀਕਾ ਲਾਉਂਦੇ ਨੇ, ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹੀ ਹੈ ਭਾਈ ਕਿ ਪਹਿਲੇ ਸ਼ੌਂਕ ਹੁੰਦਾ, ਬਾਅਦ 'ਚ ਮਜਬੂਰੀ ਬਣ ਜਾਂਦੀ ਹੈ, ਮੁੜ ਕੇ ਘਰ-ਬਾਰ ਬਰਬਾਦ ਹੁੰਦਾ, ਸਿੱਧੀ ਗੱਲ ਹੈ। ਵਿਆਹੇ ਹੋ? ਨਹੀਂ ਸਰ ਜੀ, ਕੁਆਰਾ ਹੀ। ਤੇ ਫਾਦਰ ਕੀ ਕਰਦੇ ਤੁਹਾਡੇ? ਫਾਦਰ ਨਹੀਂ ਗਏ ਤੇ ਕਦੀ ਤੁਹਾਨੂੰ ਮਾਂ ਤੇ ਤਰਸ नहीं आया? सर जी, वही आया था ही छड्या वा। देखिए, हमारे साथ कुछ युवाओं ने बात की है जिन्होंने बताया है कि चिट्टा आसानी से अवेलेबल हो जाता था, लेकिन सरकार ने ये जो नशा छुड़ाऊ केंद्र खोल रखे हैं, ओट सेंटर, उनमें उनका इन्हें काफ़ी फ़ायदा हुआ है। यहाँ पर आके ये फिर से चाहते हैं कि अपनी इनकी ज़िंदगी जो है पटड़ी पर आए। लेकिन यहाँ पर हमारे साथ ऐसे भी कुछ लोग हैं जो 1000 का चिट्टा रोज़ पी जाते थे, यानी 30,000 रुपया रोज़ नशे में ही फूंक देते थे, जिसका असर उनके परिवार पर भी पड़ा। इन सब हमने अपने चैनल के माध्यम से दर्शकों को ये बताने की कोशिश की है कि चिट्टा जो कि सामाजिक बुराई बन चुका है, उसे यदि रोकना है तो युवाओं को ही आगे आना होगा, और जो लोग नशे की दलदल में फंस चुके हैं उन्हें सरकारी सेंटरों में लाना होगा, ताकि सरकार की ओर से चलाए जा रहे नशा छुड़ाऊ केंद्रों का लाभ उनको मिल सके और वह इस नशे की दलदल से छुटकारा पा सकें। साल नाल ने इत्थे ASI सुखचैन सिंह जी, इन्हां नाल गल करांगे भी इत्थे किन्ने लोग आंदे हर रोज़ ते इन्हां नूं की मुश्किल आंदी है। सुखचैन जी, तुहाडा स्वागत है जी। थोड़ा दसोगे किन्ने लोग हर रोज़ आंदे हैं ते की मुश्किल आंदी है? ਹਾਂਜੀ ਸਰ, ਇੱਥੇ ਸਾਡੇ ਕੋਲੇ ਕਿਸੇ ਦਿਨ 400 500 600 800 ਮਰੀਜ਼ ਪੇਸ਼ੈਂਟ ਵੀ ਕਿਸੇ ਦਿਨ ਸਾਡੇ ਕੋਲ ਹੋ ਜਾਂਦਾ, ਤੇ ਮੁਸ਼ਕਿਲ ਇਹਨਾਂ ਨੂੰ ਇੱਥੇ ਇਹੋ ਹੀ ਆ ਬਸ, ਜਿਹੜਾ ਥੋੜ੍ਹੀ ਉਹ ਤੋਂ ਪਤਾ ਕਰਕੇ ਲਾਈਨ ਦੇ ਵਿੱਚ ਜਿਹੜੇ ਲੱਗਦੇ ਨੇ, ਉਹ ਵੀ ਇਹਨਾਂ ਨੂੰ ਬਰਾਂਡੇ ਦੇ ਵਿੱਚ ਅਸੀਂ ਕੋਸ਼ਿਸ਼ ਕਰੀਦੀ ਵੀ ਸ਼ਾਮੇ ਸ਼ਾਮੇ ਧੁੱਪੇ ਕੋਈ ਨਾ, ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ, ਇਸ ਕਰਕੇ ਇਹਨਾਂ ਨੂੰ ਧੁੱਪੇ ਨਹੀਂ ਖੜਾ ਕਰੀਦਾ। ਆਸੇ ਪਾਸੇ ਜਿਸ ਤਰ੍ਹਾਂ ਵੀ ਕੋਈ ਬਰਾਂਡੇ 'ਚ ਇੱਧਰ ਦੇਖ ਲਓ, ਛਾਂ ਇੱਧਰ ਆ, ਹਰ ਜਗ੍ਹਾ ਕੋਸ਼ਿਸ਼ ਕਰੀਦੀ ਧੁੱਪੇ ਨਾ ਖੜੇ ਹੋਣ, ਛਾਵੇਂ ਖੜੇ ਰਹੇ। ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਦੇ ਨੇ ਕਿ ਤੁਹਾਨੂੰ ਉਹਦੇ ਲਈ ਵੀ ਕਈ ਵਾਰੀ ਹਲਕਾ ਸੁਰੱਖਿਆ ਬਲ ਪ੍ਰਯੋਗ ਕਰਨਾ ਪੈਂਦਾ? ਨਹੀਂ ਸਰ, ਸੋਸ਼ਲ ਡਿਸਟੈਂਸਿੰਗ ਬਾਰੇ ਇਹਨਾਂ ਨੂੰ ਅਸੀਂ, ਸਾਡੀ ਇਹੋ ਇੱਥੇ ਡਿਊਟੀ ਆ, ਮੇਨ ਆਰਡਰ ਲਾਅ ਆਰਡਰ ਮੇਨਟੇਨ ਰੱਖਣਾ, ਵੀ ਇਹ ਲਾਈਨ 'ਚ ਲੱਗਣ ਤੋਂ ਲੜਾਈ ਝਗੜਾ ਨਾ ਕਰਨ, ਔਰ ਉਸ ਦੇ ਨਾਲ ਜਿਹੜਾ ਸੋਸ਼ਲ ਡਿਸਟੈਂਸ ਆ ਉਹ ਇਹਨਾਂ ਨੂੰ ਅਸੀਂ ਪੂਰਾ ਕਰਕੇ ਰੱਖਦੇ ਹਾਂ, ਵੀ ਬਿਲਕੁਲ ਗੋਲ ਚੱਕਰ ਬਣਾਏ ਨੇ ਅਸੀਂ, ਇਹਦੇ ਵਿੱਚ ਖੜ ਕੇ ਆਪਣੀ ਜੋ ਵੀ ਪ੍ਰੋਪਰ ਤਰੀਕੇ ਦੇ ਨਾਲ ਮੈਡੀਸਨ ਆਪਣੀ ਲੈਣ ਹੈ,
ਤੇ ਇਹਨਾਂ ਨੇ ਇਹ ਕਦੀ ਦੱਸਦੇ ਨੇ ਵੀ ਕਿਸ ਤਰ੍ਹਾਂ ਨਸ਼ੇ ਦੇ ਸ਼ਿਕਾਰ ਹੋ ਗਏ? ਨਹੀਂ ਸਰ, ਇਹ ਨਹੀਂ ਕੋਈ ਦੱਸਦਾ, ਇਹ ਕਿਹੜਾ ਦੱਸਦਾ, ਤੇ ਕਹਿੰਦੇ ਬਸ ਇਸ ਤਰ੍ਹਾਂ ਹੀ ਆ, ਇੱਕ ਦੂਜੇ ਵੱਲ ਵੇਖ ਵੇਖ ਕੇ ਕਹਿੰਦੇ ਹੋ ਗਏ, ਬਸ ਕਦੀ ਕਿਸੇ ਨੇ ਕਰਤਾ ਦੀ नहीं। थोड़ा बहुत धन्यवाद सर गल करने वास्ते। हमारे साथ हैं यहाँ ओट्स क्लिनिक में जो डॉक्टर हैं, यहाँ पर पेरिफेरी यानी कि जो गांवों के मरीज हैं यहाँ पर दवाई लेने के लिए आते हैं। हम डॉक्टर से इनसे बात करेंगे कि किस तरह के मरीज आ रहे हैं और लॉकडाउन में क्या स्थिति रही है। डॉक्टर साहब, आपका नाम? मेरा नाम डॉक्टर सत्यार जंगली। डॉक्टर साहब थोड़ा बताएंगे कि कितने पेशेंट हर रोज़ आपके पास दवाई लेने के लिए आ रहे हैं? मेरे ना इधर हफ्ते में 3 दिन ड्यूटी होंदी है, तो सोमवार बुधवार तो शुक्रवार, तो डिपेंड करता है, किसी दिन 150 हो जाता है, किसी दिन 350 भी हो जाते हैं, क्योंकि मेरी टेक होम डोज पैनी होंदी है, तो जो पेरीफ्री वाले हैं सारे वो मेरे को इत्थे आके पवाते हैं। डॉक्टर साहब किस तरह का नशा जोड़े लोग कर रहे हैं आके तुहानूं दसदे होने? मेन ज़्यादातर तो अपने चिट्टा हेरोइन समैक का नशा है, तो उस तो बाद दूसरे नंबर पर अपनी अफीम का नशा इत्थे। डॉक्टर साहब काउंसलर भी तुहाडे हैगे ने इत्थे, ते ਉਹ ਕੀ ਦੱਸਦੇ ਨੇ ਸਰ ਕਿ ਕਿਉਂ ਨਸ਼ੇ 'ਚ ਪਏ ਤੇ ਕਿਸ ਨਸ਼ਾ ਆਸਾਨੀ ਨਾਲ ਅਵੇਲੇਬਲ ਹੋ ਜਾਂਦਾ? ਜਿੱਦਾਂ ਕਿ ਉਹਨਾਂ ਦੀ ਸਭ ਤੋਂ ਪਹਿਲਾਂ ਜਦੋਂ ਆਉਂਦੇ ਆ ਉਹਨਾਂ ਦਾ ਇੱਕ ਕਾਉਂਸਲਿੰਗ ਸੈਸ਼ਨ ਵੀ ਸ਼ੁਰੂ ਹੁੰਦਾ ਹੈ। ਉਹ ਆਪਾਂ ਕਾਉਂਸਲਿੰਗ ਦੇ ਥਰੂ ਉਹਨਾਂ ਦੀ ਮੋਟੀਵੇਸ਼ਨ ਵਧਾਉਂਦੇ ਆ। ਫਿਰ ਜਦੋਂ ਉਹਨਾਂ ਨਾਲ ਸਾਡੇ ਕਾਉਂਸਲਰ ਗੱਲ ਕਰਦੇ ਆ, ਉਹ ਅੱਗੇ ਦੱਸਦੇ ਆ ਕਿ ਜਿਵੇਂ ਉਹਨਾਂ ਦੀ ਫਰੈਂਡ ਸਰਕਲ ਹੁੰਦਾ ਆ, ਕਈਆਂ ਦਾ ਪੀਅਰ ਪ੍ਰੈਸ਼ਰ ਹੁੰਦਾ ਕਿ ਜਿਵੇਂ ਘਰ ਦੇ ਵਿੱਚ ਮਾਹੌਲ ਇੱਦਾਂ ਦਾ ਹੁੰਦਾ, ਜਾਂ ਲੜਾਈ ਝਗੜੇ ਵਾਲਾ ਹੋ ਗਿਆ ਮਾਹੌਲ, ਜਾਂ ਆਸੇ-ਪਾਸੇ ਉਹਨਾਂ ਦੇ ਨਸ਼ੇ ਦੀ ਸਪਲਾਈ ਜ਼ਿਆਦਾ ਹੁੰਦੀ ਹੈ, ਉਸ ਚੀਜ਼ ਨੂੰ ਹੀ ਦੇਖ ਕੇ ਤੇ ਉਹਨਾਂ ਦਾ ਫਿਰ ਉੱਧਰ ਧਿਆਨ ਵੱਧ ਜਾਂਦਾ, ਕਿਉਂਕਿ ਜਿਹੜੀ ਚੀਜ਼ ਆਸੇ-ਪਾਸੇ ਈਜ਼ੀਲੀ ਅਵੇਲੇਬਲ ਹੁੰਦੀ ਆ ਉਹਦੇ ਵੱਲੋਂ ਜ਼ਿਆਦਾ ਅਟਰੈਕਟ ਹੁੰਦੇ ਆ। ਡਾਕਟਰ ਸਾਹਿਬ ਮੇਰਾ ਸਵਾਲ ਹੈ ਕਿ ਉਹ ਕਹਿੰਦੇ ਚਿੱਟਾ ਆਸਾਨੀ ਨਾਲ ਮਿਲ ਜਾਂਦਾ ਉਹਨਾਂ ਨੂੰ? ਜਿਵੇਂ ਉਹ ਕਹਿੰਦੇ ਆ ਕਿ ਮੱਕੀ ਮਰੀਜ਼ਾਂ ਨੂੰ ਪੁੱਛਦਾ ਕਿ ਤੁਸੀਂ ਲੈਂਦੇ ਕਿੱਥੇ ਹੋ, ਉਹ ਤਾਂ ਕਹਿੰਦੇ ਆ ਕਿ ਸਾਨੂੰ ਆਮ ਗਲੀਆਂ ਦੇ ਵਿੱਚ ਮੁਹੱਲਿਆਂ 'ਚ ਆਮ ਸਪਲਾਈ ਮਿਲਦੀ ਆ। ਤੇ ਡਾਕਟਰ ਸਾਹਿਬ ਜੇ ਲਾਕਡਾਊਨ ਦੀ ਗੱਲ ਕਰੀਏ, ਲਾਕਡਾਊਨ ਦੇ ਦੌਰਾਨ ਤੁਹਾਡੇ ਕੋਲ ਮਰੀਜ਼ ਕੁਝ ਵਧੇ ਨੇ ਇੱਥੇ ਜਿਹੜੇ ਦਵਾਈ ਲੈਣ ਵਾਲੇ? ਲਾਕਡਾਊਨ ਦੇ ਦੌਰਾਨ ਸਾਡੇ ਕੋਲ ਜਿਵੇਂ ਆ ਹਰ ਮਹੀਨੇ 300 ਤੋਂ 350 ਮਰੀਜ਼ ਦਾ ਵਾਧਾ ਹੋਇਆ ਆ, ਕਿਉਂਕਿ ਉਸ ਟਾਈਮ ਇਹ ਸੀ ਕਿ ਇੱਕ ਤਾਂ ਨਸ਼ੇ ਦੀ ਸਪਲਾਈ ਥੋੜ੍ਹੀ ਦੇਰ ਲਈ ਰੁਕ ਗਈ ਸੀ, ਤੇ ਜਦੋਂ ਲਾਕਡਾਊਨ ਹੁਣ ਦੁਬਾਰਾ ਤੋਂ ਖੁੱਲ੍ਹਿਆ ਆ, ਹੁਣ ਫਿਰ ਇੱਕ ਹਿਸਾਬ ਨਾਲ ਸਮਝੋ ਸਟੇਬਲ ਹੀ ਚੱਲ ਰਿਹਾ, ਕਿਉਂਕਿ ਸਾਡੇ ਕਾਉਂਸਲਰ ਉਹਨਾਂ ਦੀ ਕਾਉਂਸਲਿੰਗ ਇਸ ਹਿਸਾਬ ਨਾਲ ਚੱਲ ਰਿਹਾ ਕਿ ਆਪਾਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਜੁੜੇ ਰਹਿਣ, ਤਾਂ ਜੋ ਉਹ ਨਸ਼ਾ ਛੱਡਣ, ਦੁਬਾਰਾ ਨਸ਼ੇ ਵੱਲ ਨਾ ਜਾਣ। ਅੱਛਾ ਡਾਕਟਰ ਸਾਹਿਬ, ਇਹ ਕਿੰਨਾ ਨਸ਼ਾ ਜਿਹੜਾ ਆਪਾਂ ਇਸ ਜੇ ਐਵਰੇਜ ਕਰੀਏ, ਐਵਰੇਜ ਲਾਈਏ ਤੇ ਰੋਜ਼ ਦਾ ਕਰ ਲੈਂਦੇ ਆ? ਡਿਪੈਂਡ ਕਰਦਾ, ਕਿਉਂਕਿ ਜਦੋਂ ਉਹ ਸਟਾਰਟ ਕਰਦੇ ਆ ਉਦੋਂ ਉਹਨਾਂ ਦੀ ਡੋਜ਼ ਥੋੜ੍ਹੀ ਘੱਟ ਹੁੰਦੀ ਹੈ, ਫਿਰ ਜਿੱਦਾਂ ਉਹਨਾਂ ਨੂੰ ਡਿਪੈਂਡੈਂਸ ਉਹਨਾਂ ਦੀ ਵਧੀ ਜਾਂਦੀ ਹੈ। ਫਿਰ ਜਿਵੇਂ ਮੰਨ ਲਓ ਕਿ ਪਹਿਲਾਂ ਉਹ ਜੇ ਪੰਨੀ 'ਤੇ ਲਗਾ ਰਿਹਾ ਇੱਕ ਲਾਈਨ ਨਾਲ ਜੋ ਉਹਨਾਂ ਨੂੰ ਕਿੱਕ ਪੈਂਦੀ ਹੈ, ਫਿਰ ਉਹ ਆਹਿਸਤਾ ਆਹਿਸਤਾ ਡਿਪੈਂਡੈਂਸ ਹੋ ਕੇ ਉਹਨਾਂ ਦੀ ਡੋਜ਼ ਵੱਧਦੀ ਜਾਂਦੀ ਹੈ। ਜਿਵੇਂ ਮੰਨ ਲਓ ਕਿ ਪਹਿਲੇ ਮਹੀਨੇ 'ਚ ਜੇ ਕੋਈ ਅੱਧਾ ਗ੍ਰਾਮ ਲਗਾ ਰਿਹਾ, ਤਾਂ 3-4 ਮਹੀਨੇ ਵਿੱਚ ਉਹਦੀ ਡੋਜ਼ ਗ੍ਰਾਮ ਤੱਕ ਵੀ ਪਹੁੰਚ ਜਾਂਦੀ ਹੈ। ਮੇਰਾ ਕੁਐਸਚਨ ਹੈ ਵੀ ਕਿੰਨਾ ਪੈਸਾ ਨਸ਼ੇ 'ਚ ਬਰਬਾਦ ਕਰ ਰਹੇ ਹੈ? ਨਸ਼ੇ ਤੁਸੀਂ ਦੇਖੋ ਕਿ ਜਿਹੜਾ ਆਪਣੇ ਹੈਰੋਇਨ ਵਗੈਰਾ ਲੈ ਰਿਹਾ, ਮੇਰੇ ਖਿਆਲ ਨਾਲ ਸ਼ਾਇਦ ਇਹਦੀ 1 ਗ੍ਰਾਮ ਦੀ ਜਿਹੜੀ ਰੇਟ ਹੈ 3000 ਤੋਂ 3500 ਦੇ ਰਾਊਂਡ ਹੈ, ਅਤੇ ਕਈ ਪੇਸ਼ੈਂਟ 1 ਗ੍ਰਾਮ ਅੱਧੇ ਦਿਨ 'ਚ ਲਗਾ ਦਿੰਦੇ ਆ, ਕਈ 3 ਦਿਨ ਕੱਢ ਜਾਂਦੇ ਆ। ਬਾਕੀ ਤੁਸੀਂ ਐਵਰੇਜ ਦੇਖ ਲਓ, 1 ਦਿਨ ਤੋਂ 3 ਦਿਨ ਦਾ 3000-3500 ਖਰਚਾ ਹੈਗਾ ਉਹਨਾਂ ਦਾ। ਡਾਕਟਰ ਸਾਹਿਬ ਕਿੰਨਾ ਚਿਰ ਬੰਦੇ ਨੂੰ ਜਿਹੜਾ ਚਿੱਟਾ ਪੀਂਦਾ ਹੈ ਲਗਾਤਾਰ 5-6 ਸਾਲ ਉਹਨੇ ਪੀਤਾ, ਅਤੇ ਕਿੰਨਾ ਚਿਰ ਫਿਰ ਮੈਡੀਸਨ ਖਾਣੀ ਪੈਂਦੀ ਹੈ ਉਹਨਾਂ ਨੂੰ? ਮੈਂ ਇਹ ਮੱਕੀ ਜਿਵੇਂ ਹੁੰਦਾ ਨਾ, ਜਿਹੜੀ ਆਪਾਂ ਜਦੋਂ ਆਪਣੇ ਕੋਲ ਆਉਂਦਾ, ਜਿਵੇਂ ਅੱਜ ਪਹਿਲੇ ਦਿਨ ਕੋਈ ਆਇਆ ਸਾਡੇ ਕੋਲ ਦਵਾਈ ਲੈਣ, ਅਤੇ ਆਪਾਂ ਉਹਨੂੰ ਰਜਿਸਟਰ ਕਰਕੇ ਉਹਦੀ ਆਧਾਰ ਕਾਰਡ ਨਾਲ ID ਲਿੰਕ ਕਰਕੇ ਅਤੇ ਉਹਦੀ ਜਿੰਨਾ ਨਸ਼ਾ ਲੈ ਰਿਹਾ ਉਸ ਹਿਸਾਬ ਨਾਲ ਉਹਦੀ ਡੋਜ਼ ਚਲਾ ਦਿੰਦੇ ਹਾਂ, ਅਤੇ ਜਿਹੜਾ ਉਹਦਾ ਵਿਡਰੋਲ ਹੁੰਦਾ ਆ ਮਿਨੀਮਮ ਉਹ 5 ਦਿਨ ਤੋਂ 14 ਦਿਨ ਦੇ ਵਿੱਚ ਬਿਲਕੁਲ ਆਪਾਂ ਖ਼ਤਮ ਕਰ ਦਿੰਦੇ ਹਾਂ। ਕੋਈ ਹੁੰਦਾ ਕਿ ਜਿਹੜਾ 5-7 ਦਿਨ ਤੋਂ ਜ਼ਿਆਦਾ ਚੱਲਦਾ, ਨਹੀਂ ਤਾਂ 3-4-5 ਦਿਨ ਦੇ ਵਿੱਚ ਤਕਰੀਬਨ ਵਿਡਰੋਲ ਉਹਦਾ ਰੁਕ ਜਾਂਦਾ। ਉਸ ਤੋਂ ਬਾਅਦ ਫਿਰ ਆਪਾਂ ਪੇਸ਼ੈਂਟ ਨੂੰ ਸਟੇਬਲ ਕਰਦੇ ਹਾਂ ਕਿ ਕਿੰਨੀ ਡੋਜ਼ 'ਤੇ ਉਹ ਸਟੇਬਲ ਹੁੰਦਾ, ਉਸ ਹਿਸਾਬ ਨਾਲ ਫਿਰ ਹੌਲੀ ਹੌਲੀ ਕਰਕੇ ਉਹਦੀ ਡੋਜ਼ ਟੇਪਰ ਕਰਦੇ ਹਾਂ। ਜਿਵੇਂ ਪੇਸ਼ੈਂਟ ਜੇ ਫੁੱਲੀ ਮੋਟੀਵੇਟਡ ਹੁੰਦਾ, ਉਹ ਤਾਂ ਆਪਾਂ 5-6 ਮਹੀਨੇ ਦੇ ਵਿੱਚ ਵੀ ਆਪਣਾ ਜਿਹੜਾ ਆ ਨਸ਼ਾ ਛੱਡ ਦਿੰਦਾ। ਕਈ ਹੁੰਦੇ ਆ ਵਿੱਚ ਥੋੜ੍ਹੇ ਰਿਲੈਪਸ ਵਗੈਰਾ ਹੋ ਜਾਂਦਾ ਕਿ ਦੁਬਾਰਾ ਨਸ਼ੇ ਵੱਲ ਚਲੇ ਜਾਂਦੇ ਆ, ਉਹਨਾਂ ਦਾ ਫਿਰ ਕਈ ਵਾਰ ਹੁੰਦਾ ਕਿ ਸਾਲ 1.5 ਸਾਲ ਵੀ ਕਈਆਂ ਦੀ ਚੱਲਦੀ ਹੈ। ਜਿਨ੍ਹਾਂ ਦੀ ਥੋੜ੍ਹੀ ਮੋਟੀਵੇਸ਼ਨ ਘੱਟ ਹੁੰਦੀ ਉਹ ਥੋੜ੍ਹਾ ਲੰਬਾ ਵੀ ਫਿਰ ਲੈ ਲੈਂਦੇ ਆ। डॉक्टर साहब थोड़ा बहुत धन्यवाद जी साढ़े नाल गल करने वास्ते। अमृतसर में कितने ओट्स क्लिनिक है और यहाँ पर हर रोज़ कितने लोग नशा छुड़ाऊ के लिए जो छोड़ने के लिए दवा लेने के लिए आते हैं? आज हम पहुँचे हैं डिप्टी मेडिकल कमिश्नर डॉक्टर सुमित सिंह के पास। हम उनसे बात करेंगे। डॉक्टर साहब सत श्री अकाल, तुहाड़ा सर साढ़े D4U न्यूज़ चैनल से स्वागत है जी। डॉक्टर साहब थोड़ा दसना भी किन्ने ओट्स क्लिनिक हैं तो किन्ने रोज़ लोग दवाई लैन इत्थे आते हैं जी? ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੱਜ ਕੱਲ੍ਹ 10 ਸਰਕਾਰੀ ਓਟ ਕਲੀਨਿਕ ਨੇ ਅਤੇ 9 ਪ੍ਰਾਈਵੇਟ ਓਟ ਸੈਂਟਰਸ ਚੱਲਦੇ ਪਏ ਨੇ, ਜਿਨ੍ਹਾਂ ਵਿੱਚੋਂ ਕਿ ਰੋਜ਼ ਮਰੀਜ਼ਾਂ ਨੂੰ ਨਸ਼ੇ ਦੀ ਛੁਡਾਉਣ ਦੀ ਦਵਾਈ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਇਸ ਗੱਲ 'ਤੇ ਉਪਰਾਲਾ ਕੀਤਾ ਜਾਂਦਾ ਹੈ ਕਿ ਉਹ ਆਪਣਾ ਨਸ਼ਾ ਛੱਡ ਸਕਣ
ਤੇ ਇਸ ਨਸ਼ੇ ਤੇ ਇਸ ਦਵਾਈ ਦੇ ਉੱਤੇ ਪਾ ਕੇ ਆਪਾਂ ਨਾਲ ਹੌਲੀ ਹੌਲੀ ਨਸ਼ਾ ਮੁਕਤ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੀਏ। ਨਹੀਂ ਡਾਕਟਰ ਸਾਹਿਬ, ਜੇ ਅਸੀਂ ਗੱਲ ਕਰੀਏ ਤਾਂ ਕਿੰਨੇ ਮਰੀਜ਼ ਹੈਗੇ ਤੁਹਾਡੇ ਕੋਲ ਜਿਹੜੇ ਓਟ ਸੈਂਟਰਾਂ 'ਚ ਦਵਾਈ ਲੈਣ ਆਉਂਦੇ, ਕਿੰਨੇ ਸਰਕਾਰੀ ਤੇ ਕਿੰਨੇ ਗੈਰ ਸਰਕਾਰੀ 'ਚ? ਵੈਸੇ ਤਾਂ ਤਕਰੀਬਨ ਸਾਡੇ ਕੋਲ ਇਸ ਵੇਲੇ 30,000 ਤੋਂ ਉੱਪਰ ਮਰੀਜ਼ ਜਿਹੜਾ ਕਿ ਰਜਿਸਟਰਡ ਹੈਗਾ ਹੈ। ਉਹਨਾਂ ਵਿੱਚੋਂ 4,000 ਮਰੀਜ਼ ਤਕਰੀਬਨ ਰੋਜ਼ ਸਰਕਾਰੀ ਓਟ ਸੈਂਟਰਾਂ 'ਚ ਅਤੇ ਤਕਰੀਬਨ 500 ਤੋਂ ਉੱਪਰ ਤਕਰੀਬਨ ਰੋਜ਼ ਪ੍ਰਾਈਵੇਟ ਦੇ ਵਿੱਚ ਜਾਂਦਾ ਹੈਗਾ। ਅੱਛਾ ਡਾਕਟਰ ਸਾਹਿਬ, ਇਹਨਾਂ ਨੂੰ ਹੁਣ ਆ ਕੇ ਦਵਾਈ ਖਾਣੀ ਪੈਂਦੀ ਹੈ ਤੇ ਕਿਉਂ? ਪੰਜਾਬ ਸਰਕਾਰ ਨੇ ਨਿਯਮ ਬਣਾਇਆ ਸੀ ਕਿ ਹਰ ਬੰਦੇ ਨੂੰ ਨਸ਼ਾ ਛੁਡਾਉਣ ਵਾਸਤੇ ਕੁਝ ਦਵਾਈ ਦੇਣੀ ਪਏਗੀ ਔਰ ਉਹਦੀ ਡੋਜ਼ ਰੋਜ਼ ਦੀ ਹੀ ਹੁੰਦੀ ਹੈ। ਜ਼ਿਆਦਾਤਰ ਮਰੀਜ਼ਾਂ ਨੂੰ ਆਪਾਂ ਇੱਥੇ ਬੁਲਾਉਂਦੇ ਹਾਂ ਰੋਜ਼ ਕਿ ਉਹ ਆ ਕੇ ਰੋਜ਼ ਆਪ ਦਵਾਈ ਖਾ ਕੇ ਜਾਣ ਤਾਂ ਕਿ ਕਿਸੇ ਤਰ੍ਹਾਂ ਵੀ ਇਹਦਾ ਕੋਈ ਮਿਸਯੂਜ਼ ਨਾ ਹੋ ਸਕੇ ਔਰ ਨਸ਼ੇ ਦੀ ਦੁਰਵਰਤੋਂ ਨਾ ਹੋ ਸਕੇ। ਕੁਛ ਸਮੱਸਿਆ ਕੁਛ ਥਾਵਾਂ ਦੇ ਉੱਤੇ ਆਪਾਂ ਸਾਈਕੈਟਰਿਸਟ ਦੀ ਸਲਾਹ ਲੈ ਕੇ ਉਹਨਾਂ ਨੂੰ ਘਰੇ ਵੀ ਦਵਾਈ ਖਾਣ ਵਾਸਤੇ ਦਿੱਤੀ ਜਾ ਸਕਦੀ ਹੈ, 3 ਦਿਨ ਵਾਸਤੇ ਜਾਂ 5 ਦਿਨ ਵਾਸਤੇ ਜਾਂ 7 ਦਿਨ ਵਾਸਤੇ। ਜਾਂ ਬਹੁਤ ਉਹੋ ਜਿਹੇ ਕੋਈ ਹਾਲਾਤ ਹੋਣ ਜਿੱਥੇ ਕਿ ਮਰੀਜ਼ ਤੁਰ ਨਹੀਂ ਸਕਦਾ, ਸਪੈਸ਼ਲ ਪਰਮਿਸ਼ਨ ਦੇ ਕੇ ਉਹਨਾਂ ਨੂੰ ਕੁਛ ਦਿਨਾਂ ਵਾਸਤੇ ਘਰ ਵਾਸਤੇ ਵੀ ਹੋਮ ਡੋਜ਼ ਦੇ ਸਕਦੇ ਆਪਾਂ। ਪਰ ਜ਼ਿਆਦਾਤਰ ਕੋਸ਼ਿਸ਼ ਕਰੀਦੀ ਹੈ ਇਹੋ ਹੀ ਹੁੰਦਾ ਹਮੇਸ਼ਾ ਕਿ ਮਰੀਜ਼ ਨੂੰ ਕੰਪਲਸਰੀ ਕੀਤਾ ਜਾਂਦਾ ਕਿ ਤੁਸੀਂ ਸਵੇਰੇ ਆ ਕੇ ਆਪਣੀ ਡੋਜ਼ ਲੈ ਕੇ ਰਜਿਸਟਰ ਕਰਵਾ ਕੇ ਫਿਰ ਹੀ ਜਾਣਾ। ਡਾਕਟਰ ਸਾਹਿਬ ਥੋੜ੍ਹਾ ਦੱਸਣਾ, ਜਿਵੇਂ ਨਸ਼ੇੜੀ ਆਉਂਦਾ ਹੈ ਤੇ ਉਹਨੂੰ ਓਟ ਸੈਂਟਰ ਕਿਸ ਤਰ੍ਹਾਂ ਭੇਜਿਆ ਜਾਂਦਾ? ਜਿਹੜਾ ਮੰਨ ਲਓ ਕੋਈ ਨਸ਼ਾ ਕਰਦਾ ਹੈ ਉਹਨੂੰ ਕਿਸ ਤਰ੍ਹਾਂ ਓਟ ਸੈਂਟਰ ਭੇਜਿਆ ਜਾਂਦਾ ਤੇ ਕੀ ਗਾਈਡਲਾਈਨਸ ਹੈਗੀਆਂ ਜੀ? ਓਟ ਸੈਂਟਰ ਆਮ ਤੌਰ 'ਤੇ ਮਰੀਜ਼ ਨੂੰ ਉਹ ਦਿੱਤਾ ਜਾਂਦਾ ਹੈ ਜਿਹੜਾ ਕਿ ਉਹਦੇ ਘਰ ਦੇ ਲਾਗੇ ਹੋਵੇ, ਉਹਨੂੰ ਆਰਾਮ ਨਾਲ ਉਹ ਮਿਲ ਸਕੇ। ਆਧਾਰ ਕਾਰਡ ਲੈ ਕੇ ਉਹਦੇ ਉੱਤੇ ਉਹਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈਗੀ ਹੈ ਅਤੇ ਉਹਦਾ ਔਨਲਾਈਨ ਬੁਕਿੰਗ ਹੁੰਦੀ ਹੈ ਪ੍ਰੋਪਰ ਕਿ ਇਹ ਮਰੀਜ਼ ਰਜਿਸਟਰ ਹੋ ਚੁੱਕਾ ਹੈ। ਔਰ ਜਦੋਂ ਵੀ ਉਹ ਦਵਾਈ ਲੈਣ ਆਉਂਦਾ ਹੈ ਉਹਦੀ ਉਹੋ ਹੀ ID ਦੇਖ ਕੇ ਉਹਦਾ ਸਾਰਾ ਕੁਝ ਚੈੱਕਅਪ ਕਰਕੇ ਕਿ ਮਰੀਜ਼ ਉਹੋ ਹੀ ਹੈ ਵਾਕਈ ਜਿਹਦੀ ਰਜਿਸਟ੍ਰੇਸ਼ਨ ਹੋਈ ਹੈ ਔਰ ਉਸੇ ਨੂੰ ਹੀ ਦਵਾਈ ਖਵਾਈ ਜਾਂਦੀ ਔਰ ਉਨੀ ਡੋਜ਼ 'ਚ ਹੀ ਦਵਾਈ ਖਵਾਈ ਜਾਂਦੀ ਹੈ ਜਿੰਨੀ ਕਿ ਉਹਦੀ ਆਪਾਂ ਨੂੰ ਇੱਕ ਸਾਈਕੈਟਰਿਸਟ ਵੱਲੋਂ ਜਾਂ ਡਾਕਟਰ ਵੱਲੋਂ ਨਿਯਤ ਕੀਤੀ ਗਈ ਹੈ ਕਿ ਉਹਨੂੰ ਨਸ਼ਾ ਛੁਡਾਉਣ ਵਾਸਤੇ ਜ਼ਰੂਰੀ ਹੈਗੀ ਹੈ। ਡਾਕਟਰ ਸਾਹਿਬ, ਕੀ ਇਹਨੂੰ ਇਹ ਜਿਹੜੀ ਦਵਾਈ ਦਿੱਤੀ ਜਾਂਦੀ ਇਹਦਾ ਨਾਂ ਕੀ ਤੇ ਕੀ ਇਹਨੂੰ ਚਿੱਟੇ ਦਾ ਵਿਕਲਪ ਮੰਨਿਆ ਜਾਂਦਾ ਜੀ? ਇਹਦਾ ਨਾਮ ਬੁਪਰੀਨੋਰਫਿਨ ਨਾਮ ਦੀ ਗੋਲੀ ਹੈ। ਜੇ ਇਕੱਲੇ ਚਿੱਟੇ ਨਹੀਂ, ਇਹ ਆਮ ਤੌਰ ਦੇ ਉੱਤੇ ਹਰ ਤਰ੍ਹਾਂ ਦੇ ਨਸ਼ੇ ਦਾ ਵਿਕਲਪ ਹੈਗਾ ਹੈ। ਇਹਨੂੰ ਇੱਕ ਆਪਾਂ ਵਿਕਲਪ ਦੇ ਤੌਰ 'ਤੇ ਕਹਿ ਦਿੰਦੇ ਕਿ ਜਿਹੜਾ ਕਿ ਮਰੀਜ਼ ਨੂੰ ਸਰੀਰਕ ਤੌਰ ਦੇ ਉੱਤੇ ਅਤੇ ਕੈਮੀਕਲ ਤੌਰ 'ਤੇ ਮਰੀਜ਼ ਦੇ ਜਿਹੜੇ ਚੇਂਜਿਸ ਆ ਚੁੱਕੀਆਂ ਹੁੰਦੀਆਂ ਨਸ਼ੇ ਕਰਕੇ, ਉਹਨਾਂ ਨੂੰ ਹੌਲੀ ਹੌਲੀ ਕਰਕੇ ਖ਼ਤਮ ਕਰਕੇ ਦੂਰ ਕਰਕੇ ਉਹਨੂੰ ਨੋਰਮਲ ਜ਼ਿੰਦਗੀ ਜੀਣ ਵਾਸਤੇ ਪ੍ਰੇਰਿਤ ਕਰਦੇ ਨੇ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਵੀ ਇਹ ਦਵਾਈ ਬੰਦੇ ਨੂੰ ਜਦੋਂ ਚਿੱਟਾ ਛੱਡਦਾ ਹੈ ਸਾਰੀ ਉਮਰ ਖਾਣੀ ਪੈਂਦੀ ਜਾਂ ਵਿੱਚੋਂ ਛੱਡ ਦਿੰਦਾ ਜੀ ਉਹ? ਇਹ ਸਾਰੀ ਉਮਰ ਖਾਣ ਵਾਲੀ ਦਵਾਈ ਨਹੀਂ ਹੈਗੀ ਹੈ। ਉਹਦੇ ਉੱਪਰ ਸਰੀਰ 'ਤੇ ਨਸ਼ਾ ਕਰਦੇ ਹੋਇਆ ਹੋਏ ਚੁੱਕੇ ਕੈਮੀਕਲ ਬਦਲਾਵਾਂ ਅਤੇ ਸੁਭਾਅ ਦੇ ਉੱਪਰ ਅਤੇ ਉਹਦੇ ਸਰੀਰ ਦੀ ਨਿਰਭਰਤਾ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹਨੂੰ ਕਿੰਨੀ ਦੇਰ ਦਵਾਈ ਖਾਣੀ ਪੈਣੀ ਹੈ। ਕਈਆਂ ਨੂੰ 2 ਸਾਲ, ਕਈਆਂ ਨੂੰ 2.5 ਸਾਲ। ਅਤੇ ਸਾਰੇ ਗੱਲਾਂ 'ਚ ਛੁਡਾਉਣ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਇੱਕ ਤਾਂ ਪਰਮਾਤਮਾ ਦੀ ਕਿਰਪਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਦੂਸਰੀ ਉਹਦੀ ਲਗਾਤਾਰ ਕਾਉਂਸਲਿੰਗ ਕਰਦੇ ਰਹਿਣਾ, ਉਹਨੂੰ ਲਗਾਤਾਰ ਸਮਝਾਉਂਦੇ ਰਹਿਣਾ ਔਰ ਇਸ ਗੱਲ ਵਾਸਤੇ ਕੋਸ਼ਿਸ਼ ਕਰਦੇ ਰਹਿਣਾ ਕਿ ਦੁਬਾਰਾ ਉਸ ਨਸ਼ੇੜੀ ਗਰੁੱਪ 'ਚ ਜਾਂ ਉਹ ਬੰਦਿਆਂ 'ਚ ਜਾਂ ਉਹਨਾਂ ਹਾਲਾਤਾਂ ਵੱਲ ਵਾਪਸ ਨਾ ਜਾਵੇ ਜਿਨ੍ਹਾਂ ਕਰਕੇ ਮਜਬੂਰ ਹੋ ਕੇ ਜਾਂ ਕਿਸੇ ਕਾਰਨ ਕਰਕੇ ਵੱਸ ਹੋ ਕੇ ਉਹਨੇ ਉਹ ਨਸ਼ੇ ਦਾ ਰਸਤਾ ਅਪਣਾ ਲਿਆ ਸੀ। ਉਹਨੂੰ ਦੂਰ ਕਰਕੇ ਕਾਉਂਸਲਿੰਗ ਸਭ ਤੋਂ ਜ਼ਿਆਦਾ ਜ਼ਰੂਰੀ ਹੈਗੀ ਇਹਦੇ ਵਿੱਚ, ਨਾਲ ਨਸ਼ੇ ਦੀ ਦਵਾਈ ਦੇ ਨਾਲ। ਅੱਛਾ ਡਾਕਟਰ ਸਾਹਿਬ, ਇਹ ਵੀ ਪਤਾ ਚੱਲਿਆ ਜਿਵੇਂ 30,000 ਤੁਹਾਡੇ ਕੋਲ ਪੇਸ਼ੈਂਟ ਇਹਨਾਂ 'ਚੋਂ ਲੇਡੀਜ਼ ਵੀ ਆ, ਲੜਕੀਆਂ ਵੀ ਹੁਣ ਸਰ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਜੀ? ਹਾਂਜੀ, ਇਹਨਾਂ 'ਚ ਨਸ਼ੇ ਦੇ ਸ਼ਿਕਾਰ ਕੁੜੀਆਂ ਵੀ ਹੈਗੀਆਂ ਨੇ, ਕੁਛ ਅਨਮੈਰਿਡ ਕੁੜੀਆਂ ਨੇ, ਕੁਛ ਮੈਰਿਡ ਹੈਗੇ ਆ, ਕੁਛ ਕਿ ਜਿਹੜੇ ਕ੍ਰਿਮੀਨਲ ਟਾਈਪ ਦੀਆਂ ਹੈਗੀਆਂ ਲੇਡੀਜ਼ ਉਹ ਵੀ ਨਸ਼ੇ ਦਾ ਸ਼ਿਕਾਰ ਹੈਗੀਆਂ ਨੇ, ਉਹ ਵੀ ਅੰਡਰ ਟ੍ਰੀਟਮੈਂਟ ਹੈਗੀਆਂ ਨੇ। ਪਰ ਜ਼ਿਆਦਾਤਰ ਨੂੰ ਆਪਾਂ OPD ਬੇਸਿਸ 'ਤੇ ਰੱਖਿਆ ਹੁੰਦਾ ਹੈ ਕਿ ਉਹਨਾਂ ਨੂੰ ਦਾਖਲ ਕਰਨ ਤੋਂ ਬਜਾਏ ਦਵਾਈ ਦੇ ਕੇ ਘਰ ਦੀ ਮਾਹੌਲ ਦੇ ਵਿੱਚ ਹੀ ਰਹਿਣ ਦੇ ਉੱਤੇ ਕੋਸ਼ਿਸ਼ ਕੀਤੀ ਜਾਂਦੀ ਹੈ। ਡਾਕਟਰ ਸਾਹਿਬ, ਕੋਈ ਇਹਨਾਂ ਦੀ ਫਿਗਰ ਹੈ? ਜਿਵੇਂ ਤੁਸੀਂ ਦੱਸਿਆ 30,000 ਤੋਂ ਅੱਲਾ ਜ਼ਿਆਦਾ ਪੇਸ਼ੈਂਟ ਅਤੇ ਜੇ ਅਸੀਂ ਲੇਡੀਜ਼ ਦੀ ਗੱਲ ਕਰੀਏ ਕੁੜੀਆਂ, ਇਹ ਕਿੰਨੀਆਂ ਹੋਣੀਆਂ ਸਰ ਜਿਹਦੇ 'ਚ? ਲੇਡੀਜ਼ ਦੀ ਗਿਣਤੀ ਇਸ ਵੇਲੇ ਸਾਹਮਣੇ ਬਹੁਤ ਜ਼ਿਆਦਾ ਨਹੀਂ ਹੈ, ਸਿਰਫ ਸੈਂਕੜਿਆਂ ਦੇ ਵਿੱਚ ਹੀ ਹੈਗੀ ਹੈ ਕੁਛ, ਪਰ ਬਹੁਤ ਜ਼ਿਆਦਾ ਫਿਗਰ ਇੰਨੀ ਜ਼ਿਆਦਾ ਨਹੀਂ ਹੈਗੀ ਕੁੜੀਆਂ ਦੀ। ਡਾਕਟਰ ਸਾਹਿਬ, ਕੋਈ ਫਿਊਚਰ 'ਚ ਇਹ ਵੀ ਕੀਤਾ ਜਾ ਰਿਹਾ ਕਿ ਜਿਹੜਾ ਓਟ ਕਲੀਨਿਕ ਹੈ, ਕਿਉਂਕਿ ਲੜਕੀਆਂ ਦੇਖਿਆ ਜਾਂਦਾ ਕਿ ਆਮ ਤੌਰ 'ਤੇ ਸ਼ਰਮਾਉਂਦੀਆਂ ਨੇ ਦਵਾਈ ਲੈਣ ਤੋਂ, ਅਤੇ ਕੋਈ ਲੇਡੀਜ਼ ਲਈ ਵੱਖਰਾ ਓਟ ਕਲੀਨਿਕ ਸ਼ੁਰੂ ਕੀਤਾ ਜਾਏ, ਕੋਈ ਪ੍ਰਪੋਜ਼ਲ ਹੈਗੀ ਜੀ? ਹਾਂਜੀ ਬਿਲਕੁਲ ਹੈਗੀ ਹੈ ਜੀ। ਅਸੀਂ ਡੀ ਐਡਿਕਸ਼ਨ ਸੈਂਟਰ ਅਤੇ ਮੈਂਟਲ ਹਸਪੀਟਲ ਦੇ ਨਾਲ ਡਾਇਰੈਕਟਰ ਉਹਨਾਂ ਦੇ ਹੈਗੇ ਆ, ਉਹਨਾਂ ਨਾਲ ਸੰਪਰਕ ਕੀਤਾ ਹੋਇਆ ਇਸ ਗੱਲ ਦੇ ਵਿੱਚ ਔਰ ਅਸੀਂ ਸਰਕਾਰ ਕੋਲ ਮਨਜ਼ੂਰੀ ਵੀ ਲੈ ਰਹੇ ਹਾਂ ਕਿ ਕੋਈ ਨਾ ਕੋਈ ਇਹੋ ਜਿਹੀ ਸੈਂਟਰ ਸ਼ੁਰੂ ਕੀਤਾ ਜਾਵੇ ਤਾਂ ਕਿ ਕੁੜੀਆਂ ਨੂੰ
ਸਾਹਮਣੇ ਆ ਕੇ ਆਪਣਾ ਪਰਦੇ ਵਿੱਚ ਰਹਿ ਕੇ ਹੀ ਆਪਣਾ ਇਲਾਜ ਵੀ ਕਰਾ ਸਕਣ ਔਰ ਇਸ ਤੋਂ ਮੁਕਤੀ ਪਾ ਸਕਣ। ਡਾਕਟਰ ਸਾਹਿਬ ਤੁਸੀਂ ਜਿਵੇਂ ਕੁਝ NGOs ਨੇ ਵੀ ਸੰਪਰਕ ਕੀਤਾ ਵੀ ਲੜਕੀਆਂ ਨੂੰ ਕਿਸ ਤਰ੍ਹਾਂ ਜਿਹੜਾ ਨਸ਼ਾ ਕਰਦੀਆਂ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਖਾਸ ਕਰ ਇਸ ਲਾਕਡਾਊਨ 'ਚ? ਇਸ ਲਾਕਡਾਊਨ ਦੇ ਵਿੱਚ ਲੜਕੀਆਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਇਹ ਸੀ ਕਿ ਅੱਗੇ ਜਿਸ ਤਰ੍ਹਾਂ ਆਪਣੇ ਕਿਤੇ ਘਰੋਂ ਬਾਹਰ ਜਾਂਦੀਆਂ ਸੀ ਉੱਥੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਕੋਈ ਨਾ ਕੋਈ ਸਾਧਨ ਵੱਧ ਲੱਭ ਕੇ ਕਰ ਲੈਂਦੀਆਂ ਸੀ। ਹੁਣ ਜਦੋਂ ਲਾਕਡਾਊਨ ਹੋ ਗਿਆ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ, ਕੁੜੀਆਂ ਦਾ ਖਾਸ ਤੌਰ 'ਤੇ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਜਾਣ ਤੇ ਸਾਧਨ ਵੀ ਕੋਈ ਨਾ ਕੋਈ ਅਰੇਂਜ ਕਰਕੇ ਹੀ ਜਾਣਾ ਪੈਣਾ ਸੀ ਤੇ ਉਹ ਨਾ ਮਿਲਣ ਕਰਕੇ ਉਹਨਾਂ ਦਾ ਬਾਹਰੋਂ ਸੰਪਰਕ ਟੁੱਟ ਜਾਣ ਕਰਕੇ ਨਸ਼ਾ ਨਾ ਮਿਲਣ ਕਰਕੇ ਪਤਾ ਲੱਗਣਾ ਸ਼ੁਰੂ ਹੋਇਆ ਕਿ ਕਿਹੜੇ ਬੱਚੇ ਕਿਹੜੇ ਮਹਿਲਾਵਾਂ ਹੈਗੀਆਂ ਜਿਹੜੀਆਂ ਕਿ ਰੂਟੀਨ 'ਚ ਨਸ਼ਾ ਲੈਂਦੀਆਂ ਸਨ। ਤੇ ਉਹਨਾਂ ਵਾਸਤੇ ਅਸੀਂ ਹੁਣ ਅੱਗੇ NGOs ਵੀ ਸਾਡੇ ਸਾਹਮਣੇ ਆਈ ਹੈ, ਕੁਝ ਗਰੁੱਪ ਜਿਨ੍ਹਾਂ ਨਾਲ ਅਸੀਂ ਸੰਪਰਕ ਕਰਕੇ DC ਸਾਹਿਬ ਦੀ ਧਿਆਨ 'ਚ ਲਿਆ ਦਿੱਤੀ ਸੀ ਇਹ ਗੱਲ ਔਰ ਉਸ ਤੋਂ ਬਾਅਦ ਮਨਜ਼ੂਰੀ ਲੈ ਰਹੇ ਹਾਂ ਕਿ ਇੱਕ ਅਲੱਗ ਰਿਹਾਇਸ਼ੀ ਕੋਈ ਕੰਪਲੈਕਸ ਲੈ ਕੇ ਉਹਦੇ ਵਿੱਚ ਇਹਨਾਂ ਕੁੜੀਆਂ ਨੂੰ ਜਾਂ ਇਹਨਾਂ ਮਹਿਲਾਵਾਂ ਨੂੰ ਰੱਖ ਕੇ ਉੱਥੇ ਉਹਨਾਂ ਦਾ ਨਸ਼ਾ ਛੁਡਾਇਆ ਜਾ ਸਕੇ ਔਰ ਪੂਰਾ ਕੋਰਸ ਕੀਤਾ ਜਾ ਸਕੇ। ਅੱਛਾ ਡਾਕਟਰ ਸਾਹਿਬ ਜਿਵੇਂ 30,000 ਤੋਂ ਜ਼ਿਆਦਾ ਪੇਸ਼ੈਂਟ ਹੈ ਇਹਦੇ 'ਚ ਡਾਕਟਰ ਸਾਹਿਬ ਏਜ ਗਰੁੱਪ ਕੀ ਹੈ ਤੇ ਕਿ ਲੋਕ ਕਿਸ ਤਰ੍ਹਾਂ ਦਾ ਨਸ਼ਾ ਜ਼ਿਆਦਾ ਕਰਦੇ ਹੈ? ਜ਼ਿਆਦਾਤਰ ਵਰਕਿੰਗ ਗਰੁੱਪ ਹੈਗਾ ਹੈ ਜਿਹੜਾ ਕਿ ਲੋਕੀ ਆਮ ਤੌਰ 'ਤੇ ਮਜ਼ਦੂਰੀ ਕਰਦੇ ਨੇ, ਉਹਨਾਂ 'ਚ ਬਹੁਤ ਜ਼ਿਆਦਾ ਹੈਗੇ। ਸਭ ਤੋਂ ਜ਼ਿਆਦਾ ਉਹ ਹੈ ਨਸ਼ਾ ਜ਼ਿਆਦਾ ਜਿਹੜਾ ਹੈਗਾ ਉਹ ਇੱਕ ਚਿੱਟੇ ਦਾ ਹੈਗਾ ਹੈ, ਦੂਸਰਾ ਹੀਰੋਇਨ ਟੀਕੇ ਲਗਾਉਣ ਦਾ ਹੈਗਾ ਹੈ। ਕੁਛ ਹੱਦ ਤੱਕ ਜਿਹੜੇ ਕਿ ਰਿਕਸ਼ਾ ਪੁਲਰ ਵਗੈਰਾ ਜਿਹੜੇ ਹੈਗੇ ਆ ਉਹ ਟ੍ਰੈਮਾਡੋਲ ਨਾਂ ਦੀ ਗੋਲੀਆਂ ਹੁੰਦੀਆਂ ਉਸ ਤਰ੍ਹਾਂ ਦੀ ਗੋਲੀਆਂ ਔਰ ਕੋਈ ਨੀਂਦ ਲਿਆਉਣ ਵਾਲੀਆਂ ਗੋਲੀਆਂ ਉਹ ਵਰਤਦੇ ਹੈਗੇ। ਡਾਕਟਰ ਸਾਹਿਬ ਲਾਕਡਾਊਨ ਦੀ ਅਸੀਂ ਗੱਲ ਕਰੀਏ, ਲਾਕਡਾਊਨ ਦੇ ਦੌਰਾਨ ਕੁਝ ਪੇਸ਼ੈਂਟ ਵਧੇ ਨੇ ਜੀ ਇਹਦੇ ਤੁਹਾਡੇ ਕੋਲ ਓਟ ਸੈਂਟਰਾਂ ਦੇ ਵਿੱਚ, ਤੇ ਇਹਦਾ ਕਾਰਨ ਕੀ ਹੈ? ਲਾਕਡਾਊਨ 'ਚ ਵਧਣ ਦਾ ਕਾਰਨ ਤਾਂ ਇਹੋ ਹੀ ਹੈ ਕਿ ਰੂਟੀਨ ਦੇ ਵਿੱਚ ਲੋਕਾਂ ਦੀ ਆਵਾਜਾਈ ਤੁਰਨ ਫਿਰਨ ਦੀ ਘਟ ਗਿਆ। ਉਹਦੇ ਕਰਕੇ ਨਸ਼ੇ ਪੂਰਤੀ ਜਿਹੜੇ ਕੋਈ ਤੇ ਦਲਾਲ ਹੁੰਦੇ ਸੀ ਜਾਂ ਜਿਹੜੇ ਵਪਾਰੀ ਹੈਗੇ ਸੀ ਉਹ ਬੰਦੇ ਤੱਕ ਨਸ਼ਾ ਨਾ ਪਹੁੰਚਾ ਸਕੇ ਔਰ ਦਵਾਈਆਂ ਮਿਲਣੀਆਂ ਮੁਸ਼ਕਲ ਹੋ ਗਈਆਂ ਉਹਨਾਂ ਨੂੰ। ਇਸ ਕਰਕੇ ਵਧਿਆ। ਸਾਡੇ ਕੋਲ ਤਕਰੀਬਨ 9,000 ਦੇ ਕਰੀਬ 30,000 ਜੇ ਉਹ ਸੀ ਤੇ 9,000 ਦੇ ਕਰੀਬ ਤਕਰੀਬਨ ਜ਼ਿਲ੍ਹੇ ਵਿੱਚ ਨਸ਼ੇ ਵਾਲੇ ਪੇਸ਼ੈਂਟ ਵਧੇ ਹੈ। ਅੱਛਾ ਡਾਕਟਰ ਸਾਹਿਬ ਜਿਵੇਂ ਤੁਹਾਡੇ ਕੋਲ ਕਾਫੀ ਸਾਰੇ ਪੇਸ਼ੈਂਟ ਆਉਂਦੇ, ਤੁਹਾਨੂੰ ਕਾਉਂਸਲਿੰਗ ਵੀ ਕਰਦੇ ਹੋ ਸਰ, ਉਹ ਕੀ ਕਹਿੰਦੇ ਵੀ ਚਿੱਟਾ ਆਸਾਨੀ ਨਾਲ ਮਿਲ ਜਾਂਦਾ ਉਹਨਾਂ ਨੂੰ? ਹੁਣ ਮਿਲਣਾ ਬਹੁਤ ਮੁਸ਼ਕਲ ਹੈਗਾ ਹੈ। ਅੱਜ ਕੱਲ੍ਹ ਬਹੁਤ ਦਿੱਕਤ ਹੈਗੀ, ਨਹੀਂ ਮਿਲਦਾ ਪਿਆ ਅੱਜ ਕੱਲ੍ਹ। ਇਹੋ ਹੀ ਕਾਰਨ ਹੈ ਕਿ ਉਹਨਾਂ ਨੂੰ ਸਾਡੇ ਕੋਲ ਇੱਥੇ ਸੈਂਟਰਾਂ 'ਤੇ ਆਉਣਾ ਪੈਂਦਾ। ਉਹ ਇਸ ਗੱਲ ਨੂੰ ਜ਼ਿਆਦਾ ਮੁਸ਼ਕਲ ਸਮਝਦੇ ਆ ਕਿ ਸਾਨੂੰ ਆ ਕੇ ਸਪੈਸ਼ਲੀ ਘਰੋਂ ਆਉਣਾ ਪੈਣਾ, ਦਵਾਈ ਖਾਣੀ ਪੈਣੀ ਅਤੇ ਲੈ ਕੇ ਜਾਣਾ ਪੈਣਾ। ਪਰ ਇਸ ਗੱਲ ਦਾ ਰਾਹਤ ਹੀ ਮਹਿਸੂਸ ਕਰਦੇ ਆ ਕਿ ਹੁਣ ਘੱਟੋ ਘੱਟ ਸਾਨੂੰ ਉਹ ਗੈਰ ਸਮਾਜੀ ਜਾਂ ਕਹਿ ਲਓ ਕਿ ਉਹੋ ਜਿਹੇ ਮਾੜੇ ਧੰਦੇ ਜਾਂ ਮਾੜੇ ਕੰਮ ਨਹੀਂ ਕਰਨੇ ਪੈਂਦੇ ਜਿਨ੍ਹਾਂ ਕਰਕੇ ਸਾਨੂੰ ਪੈਸੇ ਵੀ ਕਮਾਉਣੇ ਪੈਂਦੇ ਸੀ ਨਸ਼ੇ ਵਾਸਤੇ। ਹੁਣ ਕੁਛ ਹੱਦ ਤੱਕ ਇਸ ਗੱਲ ਕਰਕੇ ਕ੍ਰਾਈਮ ਵੱਲੋਂ ਕੁਛ ਦੂਰ ਹੋਏ ਨੇ, ਲੋੜ ਨਹੀਂ ਪੈਂਦੀ ਉਹਨਾਂ ਨੂੰ ਉਹ ਕ੍ਰਿਮੀਨਲ ਕੰਮ ਕਰਨ ਦੀ ਕਿ ਨਸ਼ੇ ਵਾਸਤੇ ਕਰਨੇ ਪੈਣੇ ਹੁਣ, ਕਿਉਂਕਿ ਫ੍ਰੀ ਦਵਾਈ ਮਿਲਦੀ ਇਹਨਾਂ ਨੂੰ। ਡਾਕਟਰ ਸਾਹਿਬ ਤੁਸੀਂ ਕੁਝ ਹੋਰ ਕਹਿਣਾ ਚਾਹੋ? ਇਹਦੇ ਬਾਰੇ ਕਹਿਣਾ ਤਾਂ ਇਹੋ ਹੈ ਕਿ ਇਹ ਨਸ਼ੇ ਦੇ ਰੋਗੀ ਹੈਗੇ ਨੇ ਜਿਹੜੇ ਕਿ ਕਿਸੇ ਨਾ ਕਿਸੇ ਆਪਣੇ ਹਾਲਾਤ ਕਰਕੇ ਕੁਛ ਮਾੜਾ ਟਾਈਮ ਉਹਨਾਂ ਦਾ ਵਕਤ ਬੁਰਾ ਆਇਆ ਸੀ ਉਹਦੇ ਕਰਕੇ ਇਸ ਦਲਦਲ 'ਚ ਫਸ ਗਏ ਨੇ। ਅਤੇ ਸਾਰੇ ਸਮਾਜ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਤੋਂ ਘਿਰਣਾ ਨਾ ਕਰਕੇ ਇਹਨਾਂ ਨੂੰ ਅਪਣਾ ਕੇ ਇਹਨਾਂ ਦੇ ਨਾਲ ਚੱਲ ਕੇ ਬੜੇ ਸਿਰਦੇਮੰਦ ਨਾਲ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹ ਸਾਡੇ समाज का एक वधिया अंग बन सकन। ये थे डॉक्टर सुमित सिंह, डिप्टी मेडिकल कमिश्नर, जिन्होंने बताया है कि लॉकडाउन के दौरान इनके पास जो नशा छोड़ने के लिए जो आते हैं मरीज़, उनकी संख्या करीब करीब 9 से 10 हज़ार बढ़ी है। सबसे बुरी बात है कि महिलाएं, लड़कियां, मैरिड, ये लड़कियां जो अब इसकी नशे की शिकार हो रही हैं, ये समाज के लिए बहुत घातक है। चिट्टा आसानी से मिल रहा है, भले ही सरकारें लाख दावे करती हैं कि चिट्टे पर रोक लग चुकी है, लेकिन हमने जहाँ तक ये जो युवक आते हैं नशे छोड़ने की दवा लेने के लिए, उनसे भी बात की। जिस तरह डॉक्टर सुमित ने भी बताया कि नशा लोगों को आज भी मिल रहा है। भले ही सरकार ने कोशिश की है कि नशे की सप्लाई लाइन तोड़ने की, लेकिन अभी भी बहुत बड़े मगरमच्छ ऐसे बैठे हैं जिन पर कार्रवाई करना बाकी है। अमृतसर से D4U न्यूज़ के लिए दीपक भंडारी की खास रिपोर्ट।